ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਮੂਹ ਪ੍ਰਿੰਸੀਪਲ ਸਹਿਬਾਨ ਅਤੇ ਅਧਿਆਪਕ ਸਾਥੀ ਜੋ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੁੜੇ ਹਨ, ਤੁਹਾਡਾ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਸਾਡੇ ਨਾਲ ਇਸ ਸਮੇਂ ਮੈਮ ਜੋਤੀ ਸੋਨੀ ਜੀ, ਅਸਿਸਟੈਂਟ ਡਾਇਰੈਕਟਰ DPI ਸੈਕੰਡਰੀ ਐਜੂਕੇਸ਼ਨ ਅਤੇ ਉਦਯਮ ਲਰਨਿੰਗ ਫਾਊਂਡੇਸ਼ਨ ਤੋਂ ਮਿਸਟਰ ਸਹਿਜ ਪਾਰਿਕ ਸਾਡੇ ਨਾਲ ਜੁੜੇ ਹੋਏ ਹਨ। ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ। ਔਰ ਇਸ ਦੇ ਨਾਲ ਹੀ ਮੈਂ ਮੈਮ ਜੋਤੀ ਸੋਨੀ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ। ਮੈਮ ਜੀ। Thank you, Sukhwinder ma'am. Thank you, Sahaj, for being a part of our project and this session. So, ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦੀ ਹਾਂ ਤੁਹਾਡੇ ਸਭ ਦਾ ਕਿ ਤੁਸੀਂ ਇੱਕ ਬਹੁਤ ਸ਼ਾਰਟ ਨੋਟਿਸ ਦੇ ਵਿੱਚ ਸਾਡੇ ਡਿਪਾਰਟਮੈਂਟ ਦੇ ਸਾਰੇ ਪ੍ਰਿੰਸੀਪਲ ਔਰ ਟੀਚਰਸ ਅੱਜ ਇਸ ਐਜੂਸੈਟ ਦੇ ਸੈਸ਼ਨ ਨਾਲ ਜੁੜੇ। ਜਿਵੇਂ ਕਿ ਜਦੋਂ ਵੀ ਕੋਈ ਸੈਸ਼ਨ ਲਈ ਇੱਦਾਂ ਦਾ ਕੋਈ ਕਾਲ ਆਉਂਦੀ ਹੈ ਡਿਪਾਰਟਮੈਂਟ ਤੋਂ, ਕੋਈ ਲੈਟਰ ਜਾਂਦੀ ਹੈ, ਤਾਂ ਬਹੁਤ ਸਾਰੇ ਸਵਾਲ ਸਾਰਿਆਂ ਦੇ ਮਨ 'ਚ ਹੁੰਦੇ ਆ ਕਿ ਜ਼ਰੂਰ ਕੋਈ ਇੰਪੋਰਟੈਂਟ ਕੁਛ ਇੱਦਾਂ ਦਾ ਮੁੱਦਾ ਹੋਏਗਾ ਜਿਹੜਾ ਕਿ ਸਾਡੇ ਜਿਹੜੇ ਲੀਡਰਸ ਹੈ ਸਕੂਲਸ ਦੇ, ਜਿਹੜੇ ਕਿ ਪ੍ਰਿੰਸੀਪਲਸ ਹੈ, ਆਪਣੇ ਸਕੂਲਸ ਨੂੰ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸੰਭਾਲਿਆ ਹੋਇਆ ਹੈ ਤਾਂ ਉਹਨਾਂ ਦੀ ਇੱਕ ਵਧੀਆ ਟੀਮ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ। ਤਾਂ ਹਮੇਸ਼ਾ ਟਾਈਮ ਬਾਏ ਟਾਈਮ ਸਾਨੂੰ ਉਹਨਾਂ ਦੀ ਲੋੜ ਪੈਂਦੀ ਹੈ ਕਿਉਂਕਿ ਡਿਪਾਰਟਮੈਂਟ ਹਮੇਸ਼ਾ ਬੱਚਿਆਂ ਦੇ ਲਈ, ਵਿਦਿਆਰਥੀਆਂ ਦੇ ਲਈ ਅਲੱਗ-ਅਲੱਗ ਟਾਈਮ ਤੇ ਕਿਤੇ ਨਾ ਕਿਤੇ ਉਹਨਾਂ ਦੀ ਬਿਹਤਰੀ ਲਈ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਂਦਾ ਹੈ। ਹੁਣ ਐਗਜ਼ਾਮਸ ਚੱਲ ਰਹੇ ਹੈ, ਤੁਸੀਂ ਸਾਰੇ ਸਮਝ ਸਕਦੇ ਹੋ, ਅਸੀਂ ਵੀ ਸਮਝਦੇ ਹਾਂ ਕਿ ਤੁਸੀਂ ਅੱਜਕੱਲ ਬਹੁਤ ਤੁਹਾਡਾ ਬਿਜ਼ੀ ਸ਼ੈਡਿਊਲ ਹੈ। ਇਹ ਜਿਹੜਾ ਲੈਕਚਰ ਦਾ ਆਪਾਂ ਸੈਸ਼ਨ ਦਾ ਟਾਈਮ ਰੱਖਿਆ ਹੈ, ਇਹ ਆਪਾਂ ਐਗਜ਼ਾਮ ਤੋਂ ਬਾਅਦ ਰੱਖਿਆ ਹੋਇਆ ਹੈ। ਸੋ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਜਿਹੜਾ ਇੱਥੇ ਇਕੱਠੇ ਹੋਏ ਹਾਂ ਤਾਂ ਜ਼ਰੂਰ ਕੋਈ ਇੱਕ ਇੱਦਾਂ ਦਾ ਇੰਪੋਰਟੈਂਟ ਮੁੱਦਾ ਹੈਗਾ ਜਿਹੜਾ ਬੱਚਿਆਂ ਦੀ ਪਰਸਨੈਲਿਟੀ ਨੂੰ ਲੈ ਕੇ। ਕਿਹੜੇ ਬੱਚੇ? ਉਹ ਬੱਚੇ ਜਿਨ੍ਹਾਂ ਨੇ ਕਿ ਥੋੜੇ ਟਾਈਮ ਬਾਅਦ ਸਕੂਲ ਛੱਡ ਜਾਣਾ ਹੈ, ਉਹ ਬੱਚੇ ਜਿਨ੍ਹਾਂ ਨੇ ਆਪਣੇ ਐਗਜ਼ਾਮਸ, ਫਾਰਮਲ ਸਟੱਡੀਜ਼, ਅਸੀਂ ਫਾਰਮਲ ਸਿਲੇਬਸ ਪੂਰੇ ਕਰਵਾ ਰਹੇ ਹਾਂ ਉਹਨਾਂ ਨੂੰ, ਪਰ ਫਾਰਮਲ ਸਿਲੇਬਸ ਖਤਮ ਕਰਕੇ ਉਹਨਾਂ ਨੇ ਜਦੋਂ ਹੀ ਸਕੂਲ ਤੋਂ ਬਾਹਰ ਜਾਣਾ ਹੈ, ਕਾਲਜ ਜੁਆਇਨ ਕਰਨਾ ਹੈ, ਕਈਆਂ ਨੇ ਯੂਨੀਵਰਸਿਟੀਜ਼ ਜੁਆਇਨ ਕਰਨੀ ਹੈ, ਆਪਣੇ ਕੈਲੀਬਰ, ਪੋਟੈਂਸ਼ੀਅਲ, ਆਪਣੇ ਸੋਰਸਿਸ ਦੇ ਹਿਸਾਬ ਨਾਲ ਉਹਨਾਂ ਨੇ ਡਿਸੀਜ਼ਨ ਲੈ ਕੇ ਜ਼ਿੰਦਗੀ ਦੇ ਅਲੱਗ-ਅਲੱਗ ਪੜਾਵਾਂ ਤੋਂ ਹੁੰਦੇ ਹੋਏ ਉਹਨਾਂ ਨੇ ਕਿਤੇ ਨਾ ਕਿਤੇ ਐਂਡ ਤਾਂ ਉਹਨਾਂ ਦਾ ਆਪਣਾ ਰੁਜ਼ਗਾਰ ਕਮਾਉਣ ਤੇ ਹੀ ਆਉਂਦਾ ਹੈ ਕਿ ਉਹਨਾਂ ਨੇ ਆਪਣੀ ਰੋਜ਼ੀ ਰੋਟੀ ਕਮਾਣੀ ਹੈ। ਉਹ ਕਿਹੜੇ ਫੇਜ਼ ਦੇ ਵਿੱਚ ਉਹਨਾਂ ਨੂੰ ਕਿੱਦਾਂ ਦੀ ਗਾਈਡੈਂਸ ਮਿਲੇ ਔਰ ਉਹ ਗਾਈਡੈਂਸ ਦੇਣ ਵਾਲਾ ਕੌਣ ਹੋਵੇ। ਤਾਂ ਮੈਨੂੰ ਲੱਗਦਾ ਹੈ ਕਿ ਵੀ ਆਰ ਦਾ ਰਾਈਟ ਪਰਸਨ। ਸਾਡੇ ਟੀਚਰ ਸਹਿਬਾਨ, ਸਾਡੇ ਪ੍ਰਿੰਸੀਪਲ ਸਹਿਬਾਨ, ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਕਿਆ ਅਸੀਂ ਸਭ ਤੋਂ ਇੱਕ ਰਾਈਟ ਪਰਸਨ, ਮੈਨੂੰ ਲੱਗਦਾ ਹੈ ਕਿ ਨਹੀਂ ਹੈ ਕਿ ਵੀ ਆਰ ਦਾ ਬੈਸਟ ਪਰਸਨ ਜਿਹੜੇ ਕਿ ਸਕੂਲ ਛੱਡਣ ਤੋਂ ਪਹਿਲਾਂ, ਉਹ ਸਾਡੇ ਕੋਲ ਬਹੁਤ ਲਿਮਿਟਿਡ ਟਾਈਮ ਲਈ ਹੈ, ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ। ਕਿਸ ਤਰ੍ਹਾਂ ਦੀ ਗਾਈਡੈਂਸ? ਇਹ ਵੀ ਇੱਕ ਬਹੁਤ ਬੜਾ ਸਵਾਲ ਹੈ ਕਿ ਸਿਲੇਬਸ ਖਤਮ ਕਰਾਉਣ ਦੀ ਗਾਈਡੈਂਸ, ਕਿ ਸਿਲੇਬਸ ਇਹ ਪਿਕਚਰ ਨੂੰ ਇਦਾਂ ਡਰਾ ਕਰਨਾ ਹੈ, ਇਹ ਕੁਐਸਚਨ ਦਾ ਆਨਸਰ ਇਦਾਂ ਦੇਣਾ ਹੈ, ਕਿਆ ਉਹ ਗਾਈਡੈਂਸ ਦੇ ਰਹੇ ਹਾਂ? ਜਾਂ ਕਿ ਅਸੀਂ ਇਸ ਤੋਂ ਇਲਾਵਾ ਇਹਨਾਂ ਐਗਜ਼ਾਮਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਪੜਾਵਾਂ ਦੇ ਵਿੱਚ ਉਹਨਾਂ ਦੇ ਐਗਜ਼ਾਮਸ ਹੁੰਦੇ ਰਹਿਣੇ ਹੈ, ਅਸੀਂ ਉਹਨਾਂ ਨੂੰ ਰੂਬਰੂ ਕਰਾਣਾ ਹੈ ਔਰ ਉਹਨਾਂ ਦੀਆਂ ਸੋਲਿਊਸ਼ਨਸ ਕਿੱਦਾਂ ਕੱਢਣੀ ਹੈ, ਉਹਨਾਂ ਦੇ ਐਗਜ਼ਾਮਸ ਲਈ ਕਿੱਦਾਂ ਤਿਆਰ ਕਰਨਾ ਹੈ। ਤੁਸੀਂ ਮੇਰਾ ਪੁਆਇੰਟ ਸਮਝ ਹੀ ਗਏ ਹੋ ਸਾਰੇ। ਸੋਸਾਇਟੀ ਚੇਂਜ ਹੋ ਰਹੀ ਹੈ, ਜੌਬ ਸਿਨੈਰੀਓ ਚੇਂਜ ਹੋ ਗਿਆ, ਦੁਨੀਆ ਬਦਲ ਰਹੀ ਹੈ ਐਂਡ ਬਹੁਤ ਫਾਸਟ ਤਰੀਕੇ ਨਾਲ। ਔਰ ਜੇ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ ਕੋਵਿਡ ਤੋਂ ਬਾਅਦ ਤਾਂ ਬਹੁਤ ਚੇਂਜਸ ਆਈਆਂ ਆਪਣੇ ਵਿੱਚ, ਔਰ ਉਹ ਚੇਂਜਸ ਦੀ ਜ਼ਿਆਦਾ ਗੱਲ ਨਾ ਕਰਦੇ ਹੋਏ ਜੇ ਆਪਾਂ ਇਹ ਕਹੀਏ ਕਿ ਬੱਚਿਆਂ ਨੂੰ ਆਪਾਂ ਉਹਨਾਂ ਦੇ ਆਉਣ ਵਾਲੇ ਟਾਈਮ ਦੇ, ਆਉਣ ਵਾਲੇ ਸਮੇਂ ਦੇ ਹਾਣੀ ਬਣਾਉਣਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਮਾਈਂਡ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਚੱਲਣਗੀਆਂ ਕਿ ਕਿੱਦਾਂ ਹਾਣੀ ਬਣਾਉਣਾ। ਕਿਆ ਫਿਰ ਉਹਨਾਂ ਨੂੰ 4 ਕਿਤਾਬਾਂ ਦੇ ਦਈਏ, ਉਹਨਾਂ ਨੂੰ ਆਪਾਂ ਲਾਇਬ੍ਰੇਰੀ 'ਚੋਂ ਇਸ਼ੂ ਕਰਵਾ ਕੇ ਦੇ ਦਈਏ, ਬੱਚਿਓ ਇਹ ਪੜ੍ਹ ਲਓ ਤਾਂ ਤੁਸੀਂ ਸਮੇਂ ਦੇ ਹਾਣੀ ਬਣ ਜਾਓਗੇ? ਨੋਟ ਐਟ ਆਲ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਟਾਈਮ ਉਹਨਾਂ ਨੂੰ ਇੱਕ ਐਕਸਪੀਰੀਅੰਸ ਦੇਣ ਦੀ ਲੋੜ ਹੈ ਵਿਦ ਰਿਸਪੈਕਟ ਟੂ ਦੈਟ ਐਕਸਪੀਰੀਐਂਸ਼ੀਅਲ। ਆਪਾਂ ਜਦੋਂ ਗੱਲ ਕਰੀਏ ਕਿ ਐਕਸਪੀਰੀਐਂਸ਼ੀਅਲ ਲਰਨਿੰਗ ਕੀ ਹੈ, ਆਪਾਂ ਬਹੁਤ ਵਾਰੇ ਟਰਮ ਯੂਜ਼ ਕਰਦੇ ਹਾਂ ਐਕਸਪੀਰੀਐਂਸ਼ੀਅਲ ਲਰਨਿੰਗ ਦੀ। ਸੋ ਪ੍ਰੈਕਟੀਕਲ ਕੀ ਹੈ, ਆਪਾਂ ਪ੍ਰੈਕਟੀਕਲੀ ਬੱਚਿਆਂ ਨੂੰ ਕੀ ਸਿਖਾਉਣ ਜਾ ਰਹੇ ਹਾਂ।
ਪ੍ਰੈਕਟੀਕਲ ਜਦੋਂ ਆਪਾਂ ਸਿਖਾਉਣ ਜਾ ਰਹੇ ਹਾਂ, ਆਪਾਂ ਵੋਕੇਸ਼ਨਲ ਐਜੂਕੇਸ਼ਨ ਦੀ ਵੀ ਗੱਲ ਕਰਦੇ ਹਾਂ, ਆਪਾਂ ਸਕਿੱਲ ਡਿਵੈਲਪਮੈਂਟ ਦੀ ਵੀ ਗੱਲ ਕਰਦੇ ਹਾਂ, ਆਪਾਂ ਬਹੁਤ ਟਰਮਸ ਯੂਜ਼ ਕਰਦੇ ਹਾਂ। ਬਟ ਗੱਲ ਕਿੱਥੇ ਮੁੱਕਦੀ ਹੈ? ਆ ਕੇ ਗੱਲ ਇੱਕੋ ਹੀ ਜਗ੍ਹਾ ਤੇ ਮੁੱਕਦੀ ਹੈ ਕਿ ਕਿਆ ਬੱਚਿਆਂ ਨੂੰ ਆਪਾਂ ਤਿਆਰ ਕਰਤਾ, ਕਿਆ ਬੱਚਿਆਂ ਨੂੰ ਆਉਣ ਵਾਲੇ ਜ਼ਿੰਦਗੀ ਦੇ ਚੈਲੰਜਸ ਲੈਣ ਲਈ ਆਪਾਂ ਤਿਆਰ ਕਰਤਾ, ਕਿਆ ਉਹ ਡਿਸੀਜਨ ਮੇਕਿੰਗ ਲੈ ਸਕਦੇ ਹੈ। ਕੋਈ ਆਲੇ ਦੁਆਲੇ ਉਹਨਾਂ ਨੂੰ ਗਾਈਡ ਕਰਨ ਵਾਲਾ ਨਹੀਂ ਵੀ ਤਾਂ ਉਸ ਟਾਈਮ ਵੀ ਕਿਆ ਉਹ ਡਿਸੀਜਨ ਲੈ ਸਕਦੇ ਹੈ, ਕਿਆ ਉਹ ਕੈਲਕੂਲੇਟਿਵ ਰਿਸਕ ਲੈਣ ਲਈ ਤਿਆਰ ਹੈ, ਕਿਆ ਉਹ ਬਦਲਦੇ ਸਮਾਜ ਦੇ ਵਿੱਚ ਜਿਹੜੀ ਬੰਤਰ ਸਮਾਜ ਦੀ ਬਦਲ ਰਹੀ ਹੈ ਉਹਦੇ ਵਿੱਚ ਆਪਣੇ ਆਪ ਨੂੰ ਢਾਲਣ ਲਈ ਸક્ષਮ ਹੈ। ਸੋ ਇਹਨਾਂ ਸਾਰਿਆਂ ਦਾ ਜਵਾਬ ਕੌਣ ਦੇਊਗਾ? ਇਹਨਾਂ ਸਾਰਿਆਂ ਦਾ ਜਵਾਬ ਲੈ ਕੇ ਸਾਡਾ ਇੱਕ ਐਜੂਕੇਸ਼ਨ ਡਿਪਾਰਟਮੈਂਟ ਇੱਕ ਪ੍ਰੋਜੈਕਟ ਸ਼ੁਰੂ ਕਰਨ ਜਾ ਰਿਹਾ ਹੈ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਥੋੜੀ ਜੀਆਂ ਇਹੀ ਚੀਜ਼ਾਂ ਟੇਸਟ ਕਰਵਾਉਣੀਆਂ। ਟੇਸਟ ਉਦੋਂ ਹੋਣਗੀਆਂ ਜਦੋਂ ਅਸੀਂ ਸਾਰੇ ਜਣੇ ਰਲ ਕੇ ਇੱਕੋ ਪੇਸ ਤੇ ਇੱਕੋ ਲੈਵਲ ਤੇ ਸੋਚ ਸਕੀਏ। ਸੋ ਉਹਦੇ ਵਿੱਚ ਉਸ ਪ੍ਰੋਜੈਕਟ ਨੂੰ ਅਸੀਂ ਬਹੁਤ ਜਲਦੀ ਲਾਂਚ ਕਰਨ ਜਾ ਰਹੇ ਹਾਂ, ਬਟ ਅੱਜ ਦਾ ਸੈਸ਼ਨ ਜ਼ਰੂਰੀ ਸੀ ਤੁਹਾਡੇ ਸਾਰੇ ਨਾਲ ਰੂਬਰੂ ਹੋਣ ਲਈ, ਤਾਂ ਕਿ ਅਸੀਂ ਇੱਕ ਛੋਟੀ ਜੀ ਇੱਕ ਸਪਾਰਕ ਤੁਹਾਡੇ ਵਿੱਚ ਜਗਾ ਸਕੀਏ, ਇੱਕ ਤੁਹਾਨੂੰ ਦੱਸ ਸਕੀਏ ਕਿ ਅਸੀਂ ਕੀ ਕਰਨ ਜਾ ਰਹੇ ਹਾਂ, ਜਾਂ ਅਸੀਂ ਤੁਹਾਡੇ ਤੋਂ ਸਜੈਸ਼ਨਸ, ਟਾਈਮਲੀ ਸਜੈਸ਼ਨਸ ਜਾਂ ਗਾਈਡਲਾਈਨਸ। ਸਾਡੇ ਬਹੁਤ ਹੀ ਪਿਆਰੇ ਪ੍ਰਿੰਸੀਪਲ ਸਾਹਿਬਾਨ ਉਸ ਕੈਲੀਬਰ ਦੇ ਵੀ ਬੈਠੇ ਹੈ ਜਿਹੜੇ ਸਾਡੇ ਤੋਂ ਵੱਧ ਕਿਤੇ ਉਚਾਈਆਂ ਤੇ ਜਾ ਕੇ ਸੋਚਦੇ ਹੈ, ਤਾਂ ਟਾਈਮਲੀ ਸਾਨੂੰ ਸਜੈਸ਼ਨਸ ਦੇਣ ਤਾਂ ਕਿ ਅਸੀਂ ਆਪਣੇ ਪ੍ਰੋਜੈਕਟ ਦੇ ਵਿੱਚ ਉਹਨੂੰ ਇੰਪਲੀਮੈਂਟ ਕਰ ਸਕੀਏ। ਤਾਂ ਅਸੀਂ ਆਪਣੇ ਪਿਆਰੇ ਬੱਚਿਆਂ ਨੂੰ ਟਾਈਮਲੀ, ਕਿਤੇ ਇਹ ਨਾ ਹੋਵੇ ਕਿ ਸਕੂਲ ਛੱਡ ਕੇ ਚਲੇ ਜਾਣ ਤੇ ਉਸ ਤੋਂ ਬਾਅਦ ਸਾਨੂੰ ਯਾਦ ਆਵੇ ਜਾਂ ਬੱਚਿਆਂ ਦਾ ਤੁਹਾਨੂੰ ਫੋਨ ਆਵੇ ਕਿ ਮੈਂ ਉਦੋਂ ਆਹ ਚੀਜ਼ ਪੁੱਛਣੀ ਸੀ ਤਾਂ ਉਤੋਂ ਰਹਿ ਗਈ, ਤਾਂ ਹੁਣ ਮੈਂ ਕੁਝ ਨਹੀਂ ਕਰ ਰਿਹਾ, ਹੁਣ ਮੈਂ ਘਰ ਵਿਹਲਾ ਬੈਠਾ। ਸੋ ਇਹ ਆਪਾਂ ਨਹੀਂ ਹੋਣ ਦੇਣਾ ਚਾਹਾਂਗੇ। ਸੋ ਇਹਨਾਂ ਚੀਜ਼ਾਂ ਨਾਲ ਹੀ ਜਿਹੜੀ ਪ੍ਰੋਜੈਕਟ ਦੀ ਮੈਂ ਗੱਲ ਕਰ ਰਹੀ ਹਾਂ ਕਿ ਡਿਪਾਰਟਮੈਂਟ ਇੱਕ ਪ੍ਰੋਜੈਕਟ ਲੈ ਕੇ ਆ ਰਿਹਾ ਹੈ ਸਾਡੇ ਬੱਚਿਆਂ ਤੇ ਹੀ ਫੋਕਸ ਕਰਦਾ ਹੋਇਆ। ਉਹਦੇ ਲਈ ਮੇਰੇ ਨਾਲ ਅੱਜ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਨਾਲ ਅੱਜ ਜੁੜੇ ਹੋਏ ਹੈ ਸਹਿਜ, ਮਿਸਟਰ ਸਹਿਜ ਫਰੋਮ ਉਦਮ ਫਾਊਂਡੇਸ਼ਨ, ਲਰਨਿੰਗ ਫਾਊਂਡੇਸ਼ਨ ਨਾਲ, ਜਿਨ੍ਹਾਂ ਨੇ ਕਿ ਅਲੱਗ-ਅਲੱਗ ਜਗ੍ਹਾ ਤੇ ਇਹ ਪ੍ਰੋਜੈਕਟ ਚਲਾਇਆ। ਜੇ ਮੈਂ ਗਲਤ ਨਹੀਂ ਹੈ ਤਾਂ ਅਲੱਗ-ਅਲੱਗ ਸਟੇਟਸ ਦੇ ਵਿੱਚ ਵੀ ਚਲਾਇਆ ਹੈ। ਸੋ ਮੈਂ ਇਨਵਾਈਟ ਕਰਦੀ ਹਾਂ ਸਹਿਜ, ਥੋੜਾ ਜਿਹਾ ਸਾਡੇ ਅੱਜ ਬਹੁਤ ਕੀਮਤੀ ਟਾਈਮ ਕੱਢ ਕੇ ਜਿਹੜੇ ਪ੍ਰਿੰਸੀਪਲ ਸਾਹਿਬਾਨ, ਟੀਚਰਸ ਬੈਠੇ ਹੈ, ਤੁਸੀਂ ਥੋੜਾ ਜਿਹਾ ਉਹਨਾਂ ਨਾਲ ਰੂਬਰੂ ਹੋਵੋ, ਇਸ ਪ੍ਰੋਜੈਕਟ ਬਾਰੇ ਥੋੜਾ ਜਿਹਾ ਇੱਕ ਲਾਈਟ ਪਾਓ ਤਾਂ ਕਿ ਅਸੀਂ ਉਸ ਰਸਤੇ ਤੇ ਚੱਲ ਸਕੀਏ ਜਾਂ ਇਹਨਾਂ ਨੂੰ ਦੱਸ ਸਕੀਏ। ਸੋ ਪਲੀਜ਼ ਸਹਿਜ। थैंक यू ज्योति मैम। सभी प्रिंसिपल्स और टीचर्स को मेरा नमस्कार। मैम मैं हिंदी में बात करूंगा तो आई थिंक वो चल जाएगा ना? हाँ बिल्कुल जी बिल्कुल। साडे टीचर्स जे तुसी पंजाबी समझदे भी हो तो कोई गल नहीं, वो भी साडे प्रिंसिपल्स और टीचर सारे सक्षम है कि हिंदी और इंग्लिश और उर्दू तुसी जिद्दां भी बोलोगे वो जरूर बैठ के सुन रहे हैं और जरूर समझेंगे। सो प्लीज। थैंक यू। जैसे ज्योति मैम ने बात की कि स्कूल के बाद जब स्टूडेंट्स रियल लाइफ में एंटर करेंगे तब उनको बहुत सारी चैलेंजेस का सामना करना पड़ेगा और उनको लाइफ में सक्सेसफुल बनने के लिए बहुत सारी क्वालिटीज़ और स्किल्स की ज़रूरत पड़ेगी, जैसे कि डिसीजन मेकिंग, प्रॉब्लम सॉल्विंग, रिस्क टेकिंग, इस टाइप की बहुत सारी क्वालिटीज़ की ज़रूरत पड़ने वाली है जो कि उनको अभी बदलते हुए समय में सक्सेसफुल बनने में काम आएंगी। तो इन्हीं सब स्किल्स को अगर हम एक वर्ड में डिफाइन करें तो वो वर्ड है एंटरप्रेन्योरियल माइंडसेट। तो ये बच्चों का ऐसा माइंडसेट होना चाहिए कि एक एंटरप्रेन्योर की तरह कोई भी प्रॉब्लम आए उसको वो सॉल्व करने का कॉन्फिडेंस उनमें डेवलप हो या क्रिएट हो। ऐसे हमें स्कूल के टाइम में ही बच्चों को ट्रेन करना है। और जैसे मैम ने एक्सपीरियंशियल लर्निंग की बात की, तो ये जो एंटरप्रेन्योरियल माइंडसेट्स हैं वो एक्सपीरियंस या प्रैक्टिस के थ्रू ही बच्चे सीख सकते हैं। और एंटरप्रेन्योरियल माइंडसेट डेवलप करने का बेस्ट तरीका जो है वो एक रियल वर्ल्ड एंटरप्रेन्योरशिप प्रोजेक्ट ही हो सकता है कि बच्चे स्कूल के बाहर जो रियल वर्ल्ड है उसके साथ स्कूल में रहते हुए ही इंटरैक्ट करें और एक कुछ एंटरप्रेन्योरशिप का अपना प्रोजेक्ट खुद स्टार्ट करें और उसमें चैलेंजेस फेस करें, थोड़ा सा सक्सेस का टेस्ट लें, थोड़ा सा फेलियर भी एक्सपीरियंस करें। एब्सोल्युटली। और इस एक्सपीरियंस के थ्रू जब वो बाहर निकलें तब बहुत सारी लर्निंग्स और बहुत सारी स्किल्स के साथ बाहर निकलें और बहुत कॉन्फिडेंट बन के बाहर निकलें कि आने वाले टाइम में
जिंदगी उनको जो भी चैलेंजेस दिखाने वाली हैं उनका वो सामना कर सकें। तो इस टाइप की क्वालिटीज और ये एंटरप्रेन्योरियल माइंडसेट्स डेवलप करने के लिए एक एंटरप्रेन्योरशिप प्रोजेक्ट हम गवर्नमेंट डिपार्टमेंट की स्कूल्स में स्टार्ट करने के लिए जाने वाले हैं, जिसके बारे में हम आज बात करने वाले हैं। इस टाइप के प्रोजेक्ट्स भारत देश में और पूरी दुनिया भर में कई सारे जगहों पे हुए हैं, जिसमें ऐसा देखा गया है कि इस उम्र के बच्चों ने बहुत सारे इनोवेशंस किए हैं, अपने आसपास के बहुत सारे लोकल प्रॉब्लम्स सॉल्व किए हुए हैं। कई बच्चों ने पैसे भी कमाए हैं, कई बच्चों ने तो अपना स्टार्टअप भी खोल दिया है स्कूल में रहते रहते ही। और चाहे बच्चे को फ्यूचर में एंटरप्रेन्योर बने या ना बने, इन सभी बच्चों का कॉन्फिडेंस बहुत इंप्रूव होता है। ये सभी स्टूडेंट्स टीम में काम करना सीखते हैं, उनका टीम वर्क इंप्रूव होता है, वो रिस्क लेना, जो कैलकुलेटेड रिस्क टेकिंग एबिलिटी है वो डेवलप करते हैं। और चाहे जिस भी स्ट्रीम में हो, ये सारी क्वालिटीज उनको लाइफ में आगे बढ़ने के लिए बहुत काम आती हैं। तो इस प्रोजेक्ट के बारे में हम आज बात करने वाले हैं। और ਮੈਨੂੰ ਲੱਗਦਾ ਸਹਿਜ ਮੈਂ ਥੋੜਾ ਐਡ ਕਰਦੇ ਹਾਂ ਕਿ ਹਮੇਸ਼ਾ ਆਪਾਂ ਇਹੀ ਕਹਿੰਦੇ ਹਾਂ ਕਿ ਬੱਚਾ ਕੁਝ ਸਿੱਖੂਗਾ। ਸੋ ਜ਼ਰੂਰੀ ਨਹੀਂ ਕਿ ਬੱਚਾ ਆਪਣੇ ਸਕਸੈਸ ਤੋਂ ਹੀ ਸਿੱਖਦਾ ਹੈ, ਬੱਚਾ ਆਪਣੇ ਫੇਲਿਅਰ ਤੋਂ ਵੀ ਸਿੱਖਦਾ ਹੈ। ਸੋ ਆਪਾਂ ਇਸ ਪ੍ਰੋਜੈਕਟ ਦੇ ਥਰੂ ਉਹਨੂੰ ਇਹ ਵੀ ਸਿਖਾਣਾ ਹੈ ਕਿ ਜੇ ਆਪਾਂ ਫੇਲਿਅਰ ਹੈ ਤਾਂ ਉਸ ਫੇਲਿਅਰ ਨੂੰ ਆਪਾਂ ਪੋਜ਼ਿਟਿਵ ਵੇ ਨਾਲ ਨੈਕਸਟ ਸਟੈਪ ਦੇ ਥਰੂ ਆਪਾਂ ਕਿਸ ਤਰ੍ਹਾਂ ਇੱਕ ਸਟੈਪ ਅੱਗੇ ਮੂਵ ਕਰਨਾ ਹੈ। ਸੋ ਸਹਿਜ ਸਰ, ਕਿਆ ਤੁਸੀਂ ਇਹਦਾ ਮਤਲਬ ਤੁਸੀਂ ਐਂਟਰਪ੍ਰੀਨਿਓਰਸ਼ਿਪ ਮਾਈਂਡਸੈਟ ਦੇ ਬਾਰੇ ਵਿੱਚ ਕੋਈ ਪ੍ਰੋਜੈਕਟ ਲਾਂਚ ਕਰਨ ਜਾ ਰਹੇ ਹੋਗੇ ਸ਼ਾਰਟਲੀ ਡਿਪਾਰਟਮੈਂਟ ਦੇ ਨਾਲ ਮਿਲ ਕੇ? ਯੈਸ ਮੈਮ। ਔਰ ਇਸ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ ਆਪਣੇ ਆਪ ਰੀਅਲ ਵਰਲਡ ਨੂੰ ਫੇਸ ਕਰਨਗੇ, ਬਾਹਰ ਪ੍ਰੈਕਟੀਕਲੀ ਉਹਨਾਂ ਦਾ ਸਾਹਮਣਾ ਕਰਨਗੇ ਵਰਲਡ ਦਾ, ਥਿਓਰੀਟਿਕਲੀ ਕਿਤਾਬਾਂ ਪੜ੍ਹਨ ਦੀ ਬਜਾਏ ਜਾਂ ਕੋਈ ਉਹ ਕਰਨ ਦੀ ਬਜਾਏ। ਐਮ ਆਈ ਰਾਈਟ? यस, ये एक्सपीरियंशियल प्रैक्टिकल प्रोजेक्ट है। प्रैक्टिकल एक्सपीरियंस ਉਹਨਾਂ ਨੂੰ ਹੋਏਗਾ, ਇਸ ਦੇ ਵਿੱਚ ਉਹ ਸਿੱਖਣਗੇ, ਇਸ ਦੇ ਬਾਰੇ ਪ੍ਰੈਕਟੀਕਲੀ ਇਹਦੇ ਵਿੱਚ ਗੱਲਾਂ ਸਿੱਖਣਗੇ। ਤਾਂ ਥੋੜਾ ਜਿਹਾ ਸਾਨੂੰ ਉਸ ਪ੍ਰੋਜੈਕਟ ਦੀ ਆਊਟਲਾइन ਦੇ ਬਾਰੇ ਦੱਸ ਦਿਓ ਕਿ क्या ਕਰਨਗੇ ਬੱਚੇ ਇਸ ਦੇ ਵਿੱਚ। तो ये प्रोजेक्ट डिपार्टमेंट की स्कूल्स के 11th ग्रेड के बच्चों के लिए स्टार्ट होगा। तो शुरुआत में हम 11th ग्रेड के स्टूडेंट्स के साथ स्टार्ट करेंगे और सभी स्ट्रीम्स के स्टूडेंट्स के लिए ये प्रोजेक्ट ओपन करेंगे। और इसमें स्टूडेंट्स जो हैं वो अपनी टीम्स बनाएंगे, अपना बिजनेस आइडिया सोचेंगे, उस बिजनेस आइडिया को इम्प्लीमेंट करने के लिए डिपार्टमेंट से उनको सीड मनी मिलेगा और स्टूडेंट्स को अपने आइडिया को प्रेजेंट करने का भी मौका मिलेगा, उनका सिलेक्शन भी होगा और ऐसे मल्टीपल राउंड्स में स्टूडेंट्स आगे बढ़ते रहेंगे। तो ये प्रोजेक्ट का आउटलाइन इस तरह से रहने वाला है। ਇਹਦਾ ਮਤਲਬ ਕਿ ਤੁਸੀਂ 11ਵੀਂ ਕਲਾਸ ਦੇ ਬੱਚਿਆਂ ਨੂੰ ਟਾਰਗੇਟ ਕਰੋਗੇ, 11ਵੀਂ ਕਲਾਸ ਦੇ ਬੱਚੇ ਜਿਹੜੇ ਨੇ ਇਸ ਪ੍ਰੋਜੈਕਟ ਦਾ ਹਿੱਸਾ ਬਣਨਗੇ? ਯੈਸ ਮੈਮ। ਅੱਛਾ, ਕਿਉਂਕਿ ਇਸ ਦਾ ਕੋਈ ਸਪੈਸ਼ਲ ਕਾਰਨ ਹੈ ਕਿ ਅਸੀਂ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਨਹੀਂ ਲੈ ਰਹੇ, ਵੱਡਿਆਂ ਨੂੰ ਹੀ ਮੌਕਾ ਦੇ ਰਹੇ ਹਾਂ, ਜਾਂ 11ਵੀਂ क्लास ਨੂੰ खास करके मौका दे रहे हैं? तो अभी 11th और 12th के जो बच्चे हैं वो थोड़े टाइम के बाद ही स्कूल में से बाहर निकल के रियल वर्ल्ड में एंटर करने वाले हैं। बिल्कुल। तो ये जो उनकी एज है वो इन क्वालिटीज को डेवलप करने के लिए करेक्ट एज है, क्योंकि उनको इन स्किल्स की और इन माइंडसेट्स की सबसे ज्यादा जरूरत है। इसलिए इस प्रोजेक्ट की शुरुआत हम 11th और 12th में करेंगे। इस साल जब ये प्रोग्राम स्टार्ट हो रहा है तब इसकी शुरुआत 11th से होगी, ताकि ये बच्चे अगले साल जब 12th में आए तब इस प्रोग्राम के लिए और स्कूल्स के लिए रोल मॉडल बन सकें। ओके सहज, डज इट रिक्वायर सम स्पेशल क्वालिटीज इन टीचर और स्टूडेंट्स? मतलब क्या इस प्रोजेक्ट नाल जुड़न ਲਈ ਕਿਸੇ ਕੋਈ ਖਾਸ ਕੁਆਲਿਟੀਜ਼ ਦੀ ਲੋੜ ਹੈ ਕਿ ਸਿਰਫ ਉਹੀ ਸਟੂਡੈਂਟ ਅਸੀਂ ਆਇਡੈਂਟੀਫਾਈ ਕਰੀਏ ਜਾਂ ਉਹ ਆਇਡੈਂਟੀਫਾਈ ਕਰੀਏ ਟੀਚਰਸ ਜਿਹੜੇ ਕਿ ਇਸ ਪ੍ਰੋਜੈਕਟ ਲਈ ਸਿਰਫ ਕੰਮ ਕਰ ਸਕਣ? इज इट सो मैम, ये जो इस प्रोजेक्ट से स्टूडेंट्स को जो स्किल्स और क्वालिटीज हम देना चाहते हैं उनकी जरूरत सभी बच्चों को है। तो ये प्रोजेक्ट हम इस तरह से डिजाइन कर रहे हैं कि सभी स्टूडेंट्स इसमें एंटर कर सके रिगार्डलेस ऑफ देयर स्ट्रीम एंड देयर बैकग्राउंड। बस स्टूडेंट्स में इंटेंशन होना चाहिए कि वो इस टाइप का प्रोजेक्ट अच्छे से और मेहनत के साथ करें, और उनको इंटरेस्ट होना चाहिए कि वो इस टाइप के प्रोजेक्ट के एक्सपीरियंस से सीख सकें। तो स्टूडेंट्स के लिए बस ये एक ही रिक्वायरमेंट है कि उनमें इंटरेस्ट होना चाहिए, और टीचर्स जो हैं, टीचर्स को बस स्टूडेंट्स को सपोर्ट करना है। ये जो प्रोजेक्ट है वो स्टूडेंट लेड और टीचर सपोर्टेड प्रोजेक्ट होगा। तो स्टूडेंट्स अपने आप ये प्रोजेक्ट कर सके, उसके लिए उनको सपोर्ट करने की टीचर की रेडीनेस होनी चाहिए।
टीचर्स से बस ये एक ही रिक्वायरमेंट है। इसका मतलब बच्चों में एक तो इनबिल्ट क्वालिटीज हैं ही हैं, दूसरा इट रिक्वायर्स लॉट ऑफ मोटिवेशन फ्रॉम प्रिंसिपल्स, फ्रॉम टीचर्स एंड फ्रॉम द पीर ग्रुप। यस, आई थिंक, है ना? So, पर ਇਹਦਾ टीचर्स और मतलब- स्टूडेंट्स दोनों में कोई प्रीवियस बिजनेस नॉलेज या बिजनेस एक्सपीरियंस हो वैसा रिक्वायरमेंट नहीं है इस प्रोग्राम का। ओके। ਇਹਦਾ ਮਤਲਬ ਕਿਸੇ ਖਾਸ ਕੁਆਲਿਟੀ ਦੀ ਲੋੜ ਨਹੀਂ ਹੈ ਵਿਦਿਆਰਥੀਆਂ ਦੇ ਵਿੱਚ, ਸਿਰਫ ਉਹ ਕਿਸੇ ਵੀ ਸਟਰੀਮ ਦਾ ਵਿਦਿਆਰਥੀ ਇਹਦੇ ਵਿੱਚ ਭਾਗ ਲੈ ਸਕਦਾ ਹੈ, ਚਾਹੇ ਉਹ ਆਰਟ ਸਟਰੀਮ ਦਾ ਹੋਵੇ, ਚਾਹੇ ਸਾਇੰਸ ਸਟਰੀਮ ਦਾ ਹੋਵੇ ਜਾਂ ਕਾਮਰਸ ਸਟਰੀਮ ਦਾ ਹੋਵੇ। ਪਰ ਵੈਸੇ ਕਾਮਰਸ ਸਟਰੀਮ ਦੇ ਬੱਚੇ ਜ਼ਿਆਦਾ ਵਧੀਆ ਕਰ ਸਕਣਗੇ ਮੇਰੇ ਖਿਆਲ ਨਾਲ। ਹਾਂ, ਕਿਉਂਕਿ ਮੈਨੂੰ ਲੱਗਦਾ business ਹੈ ਉਹਨਾਂ ਦਾ ਫੀਲਡ ਵੀ ਹਾਂ, ਹੈ ਸ਼ਾਇਦ। ਮੈਨੂੰ ਵੀ ਲੱਗਦਾ ਹੈ ਕਿ ਜੇ ਆਪਾਂ ਵੋਕੇਸ਼ਨ, ਇਹ ਨਹੀਂ ਮੈਂ ਕਹਿ ਰਹੀ ਕਿ ਹਿਊਮੈਨਿਟੀਜ਼ ਜਾਂ ਸਾਇੰਸ ਗਰੁੱਪ ਦੇ ਬੱਚੇ ਨਹੀਂ ਕਰ ਪਾਣਗੇ, ਨਾਟ ਐਟ ਆਲ, ਸਾਰੇ ਬੱਚਿਆਂ ਦਾ ਕੈਲੀਬਰ ਇਕੁਅਲ ਹੈ। ਬਟ ਮੈਂ ਰਿਕੁਐਸਟ ਕਰੂੰਗੀ ਜਿਹੜੇ ਮੇਰੇ ਨਾਲ ਜੁੜੇ ਹੋਏ ਆ, ਸਾਡੇ ਨਾਲ ਅੱਜ ਪ੍ਰਿੰਸੀਪਲਸ ਔਰ ਟੀਚਰਸ, ਕਿ ਉਹ ਇੱਕ ਐਕਸਟਰਾ ਅਟੈਂਸ਼ਨ ਵੋਕੇਸ਼ਨ ਵਾਲੇ ਬੱਚਿਆਂ ਲਈ ਔਰ ਕਾਮਰਸ ਦੇ ਬੱਚਿਆਂ ਲਈ ਜ਼ਰੂਰ ਇੱਕ ਐਕਸਟਰਾ ਅਟੈਂਸ਼ਨ ਦੇਣ, ਕਿ ਕਿਤੇ ਉਹ ਬੱਚੇ ਜਿਹੜੇ ਅੱਛੇ ਕੈਲੀਬਰ ਦੇ ਆ ਉਹ ਕਿਤੇ ਪਿੱਛੇ ਨਾ ਰਹਿਣ ਔਰ ਉਹ ਜੁੜਨ ਤੋਂ ਨਾ ਰਹਿ ਜਾਣ ਇਸ ਪ੍ਰੋਜੈਕਟ ਤੋਂ। ਸੋ ਉਹਨਾਂ ਨੂੰ ਵੀ ਨਾਲ ਜ਼ਰੂਰਤ ਹੈ। ਹਾਂਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਬਹੁਤ ਚਾਹੇ ਕਿਸੇ ਵੀ ਸਟਰੀਮ ਦਾ ਵਿਦਿਆਰਥੀ ਹੋਵੇ, ਅਗਰ ਉਹ ਅੱਛਾ ਇੰਟਰਸਟ ਰੱਖਦਾ ਹੈਗਾ, ਅਗਰ ਉਹਦਾ ਇਰਾਦਾ ਹੈਗਾ ਕੁਝ ਕਰਨ ਦਾ, ਤਾਂ ਉਹ ਕੁਝ ਕਰਨ ਦੇ ਵਿੱਚ ਕਾਮਯਾਬ ਹੋ ਜਾਏਗਾ। ਕੋਈ ਸਪੈਸ਼ਲ ਕੁਆਲਿਟੀਜ਼ ਨਹੀਂ ਰਿਕੁਆਇਰਡ। ਪਰ ਕਿੰਨੇ ਕੁ ਵਿਦਿਆਰਥੀ ਤੇ ਅਧਿਆਪਕ ਸਾਨੂੰ ਚਾਹੀਦੇ ਹੋਣਗੇ ਸਰ ਇਹਨਾਂ ਦੇ ਲਈ, ਇਸ ਪ੍ਰੋਜੈਕਟ ਦੇ ਲਈ? तो ये स्कूल के सभी स्टूडेंट्स के लिए ओपन है ये प्रोजेक्ट। अच्छा जी। सारे स्ट्रीम के स्टूडेंट्स के लिए ये प्रोजेक्ट ओपन है, तो जिस भी स्टूडेंट को इस प्रोजेक्ट में हिस्सा लेना है वो इसमें हिस्सा ले सकता है। अच्छा जी। ਓਕੇ। ਸਹਿਜ, ਵੈਸੇ ਤਾਂ ਆਪਾਂ ਸ਼ੁਰੂ ਆਲਮੋਸਟ ਇੱਕ ਇੰਟਰੋਡਕਟਰੀ ਸੈਸ਼ਨ ਅੱਜ ਆਪਾਂ ਇਹਨਾਂ ਨਾਲ ਲਗਾ ਰਹੇ ਹਾਂ। ਇੱਕ ਥੋੜੀ ਜਿਹੀ ਇੰਟਰੋਡਕਸ਼ਨ ਨਾਲ ਆਪਾਂ ਥੋੜਾ ਜਿਹਾ ਦੱਸ ਦਿੱਤਾ ਹੈ ਆਪਣੇ ਪ੍ਰਿੰਸੀਪਲਸ ਨੂੰ, ਆਪਣੀ ਸਾਰੀ ਟੀਮ ਨੂੰ, ਕਿ ਅਸੀਂ ਕੁਝ ਇਦਾਂ ਦਾ ਸਟਾਰਟ ਕਰਨ ਜਾ ਰਹੇ ਹਾਂ ਆਪਣੇ ਬੱਚਿਆਂ ਦੀ ਬਿਹਤਰੀ ਲਈ। ਬਟ ਫਿਰ ਵੀ ਮੈਂ ਪੁੱਛਣਾ ਚਾਹੂੰਗੀ ਕਿ ਇਹ ਜਿਹੜਾ ਆਪਾਂ ਕਦੋਂ ਸਟਾਰਟ ਕਰਾਂਗੇ ਔਰ ਇਹ ਕਿੰਨੀ ਦੇਰ ਤੱਕ अपना कंटिन्यू रहेगा? तो ये प्रोग्राम की शुरुआत हम करने जाने वाले हैं अक्टूबर में। अभी एग्जाम्स जो स्टूडेंट्स की स्टार्ट हो रही है, एग्जाम्स खत्म हो जाए उसके बाद ये प्रोग्राम स्कूल्स में स्टार्ट होगा। और ये प्रोग्राम 2-3 फेजेस में होगा। तो फर्स्ट जो फेज होगा उसमें स्टूडेंट्स अपनी टीम्स बनाएंगे और आइडिया सोचेंगे, फिर उनका सिलेक्शन करके सीड मनी उनको दिया जाएगा और फिर वो लगभग 1 महीने तक सीड मनी के साथ काम करेंगे। तो अक्टूबर और नवंबर में ये फर्स्ट फेज होगा, जिसके बाद एक राउंड ऑफ शॉर्टलिस्टिंग होगा और जो शॉर्टलिस्टेड बच्चे हैं उनके साथ आगे ये प्रोजेक्ट चलता रहेगा विथ मोर इनपुट्स। ठीक है सर ਜਿਵੇਂ ਕਿ ਤੁਸੀਂ ਦੱਸਿਆ ਕਿ ਇਹਦੇ ਵਿੱਚ ਬੱਚੇ ਜਿਹੜੇ ਨੇ ਵਿਦਿਆਰਥੀ ਟੀਚਰਸ ਦੀ ਗਾਈਡਲਾਈਨ ਦੇ ਅੰਡਰ ਬਿਜ਼ਨਸ ਕਰਨਗੇ, ਪਰ ਬਿਜ਼ਨਸ ਲਈ ਤਾਂ ਪੈਸਾ ਵੀ ਚਾਹੀਦਾ ਹੈ, ਪਰ ਉਹ ਪੈਸਾ ਕਿੱਥੋਂ ਆਏਗਾ? मैं ये दसना चाहनी है कि डिपार्टमेंट वालों पूरी सपोर्ट मिलेगी। हर एक स्टूडेंट ਨੂੰ ਇੱਕ ਸੀਡ ਮਨੀ ਦਿੱਤੀ ਜਾਏਗੀ, ਜਿਹਦੇ ਨਾਲ ਉਹਨੂੰ ਮਤਲਬ ਇਹ ਕਹਿ ਲਓ ਕਿ ਸਾਰੇ ਸੋਰਸਿਸ ਉਹਨੂੰ ਦਿੱਤੇ ਜਾਣਗੇ। ਉਹ ਸੋਰਸਿਸ ਦੇ ਵਿੱਚ ਚਾਹੇ ਸੀਡ ਮਨੀ ਹੋਵੇ, ਚਾਹੇ ਬੱਚਿਆਂ ਦੀ ਟ੍ਰੇਨਿੰਗ ਹੋਵੇ, ਚਾਹੇ ਬੱਚਿਆਂ ਨੂੰ ਗਾਈਡ ਕਰਨ ਲਈ ਟਾਈਮ ਬਾਈ ਟਾਈਮ ਸਾਨੂੰ ਜਿਹੜੇ ਬਿਜ਼ਨਸ ਐਕਸਪਰਟਸ, ਬਿਜ਼ਨਸ ਦੇ ਵਿੱਚ ਐਕਸਪਰਟਸ ਹੈ, ਐਂਟਰਪ੍ਰੀਨਿਓਰਸ ਹੈ, ਉਹਨਾਂ ਨਾਲ ਵੀ ਉਹਨਾਂ ਦੀਆਂ ਇੰਟਰੈਕਸ਼ਨਸ ਹੋ ਕੇ, ਸੋ ਕਿਉਂਕਿ ਉਹਨਾਂ ਦੇ ਮਾਈਂਡ ਦੀ ਇਨਕਲੀਨੇਸ਼ਨ ਸਾਨੂੰ ਕਰਨੀ ਪੈਣੀ ਹੈ। ਆਲਦੋ ਇਨਬਿਲਟ ਕਰੈਕਟਰਸ ਉਹਨਾਂ 'ਚ ਹੁੰਦੇ ਆ, ਬਟ ਉਹਨਾਂ ਨੂੰ ਸਹੀ ਪਾਥ ਤੇ ਚੱਲਣ ਲਈ, ਬਿਲਕੁਲ ਇੱਕ ਸਮੂਥ ਰਸਤਾ ਦਿਖਾਉਣ ਲਈ ਡਾਇਰੈਕਸ਼ਨਸ ਬਹੁਤ ਜ਼ਰੂਰੀ ਹੈ। ਸੋ ਇੱਕ ਫਰੇਮਵਰਕ ਦੇ ਵਿੱਚ ਰਹਿ ਕੇ ਅਸੀਂ ਪੂਰੀਆਂ ਡਾਇਰੈਕਸ਼ਨਸ ਉਹਨਾਂ ਨੂੰ ਦੇਵਾਂਗੇ, ਸੀਡ ਮਨੀ ਵੀ, ਟ੍ਰੇਨਿੰਗ ਵੀ, ਜੋ ਵੀ ਸਪੋਰਟ ਦੀ ਉਹਨਾਂ ਨੂੰ ਜ਼ਰੂਰਤ ਹੋਏਗੀ। ਸਾਡੇ ਟੀਚਰਸ ਨੂੰ ਐਜ਼ ਵੈਲ ਐਜ਼ ਸਟੂਡੈਂਟਸ ਨੂੰ ਜਦੋਂ ਵੀ ਟ੍ਰੇਨਿੰਗਸ ਦੀ ਜਾਂ ਜਦੋਂ ਵੀ ਗਾਈਡੈਂਸ ਦੀ ਜ਼ਰੂਰਤ ਹੋਏਗੀ, ਅਸੀਂ ਡਿਪਾਰਟਮੈਂਟ ਉਹਨਾਂ ਨੂੰ ਪੂਰਾ ਸਪੋਰਟ ਕਰੇਗਾ। ਇਹ ਮੈਮ ਜਿਹੜੀ ਤੁਸੀਂ ਸੀਡ ਮਨੀ ਦੀ ਗੱਲ ਕਰ ਰਹੇ ਹੋ, ਇਹੀ ਪੈਸਾ ਜਿਹੜਾ ਹੈਗਾ ਕਿ ਉਹ ਵਿਦਿਆਰਥੀਆਂ ਨੇ ਬਿਜ਼ਨਸ ਵਿੱਚ ਲਗਾਉਣਾ ਹੈਗਾ? ਐਬਸੋਲੂਟਲੀ ਮੈਮ, ਜਿਹੜੀ ਸੀਡ ਮਨੀ ਆਪਾਂ ਬੱਚਿਆਂ ਨੂੰ ਦੇਵਾਂਗੇ, ਇਹ ਜਸਟ ਥੋੜੀ ਜਿਹੀ ਪ੍ਰਿੰਸੀਪਲਸ ਔਰ ਟੀਚਰਸ ਦੀ ਇੱਕ ਉਹਨਾਂ ਦਾ ਆਈ ਵਾਚ ਜ਼ਰੂਰ ਹੋਊਗਾ, ਉਹ ਉਹਨਾਂ ਨੂੰ ਗਾਈਡ ਕਰਨਗੇ, ਬਟ ਇਹ ਬੱਚਿਆਂ ਨੂੰ ਦਿੱਤਾ ਜਾਊਗਾ। ਬੱਚਿਆਂ ਨੂੰ ਇਹੀ ਤਾਂ ਸਿਖਾਣਾ ਹੈ ਆਪਾਂ ਕਿ ਤੁਹਾਨੂੰ ਇੰਨਾ ਪੈਸਾ ਦੇ ਕੇ ਤੁਸੀਂ 10 ਰੁਪਏ ਦੇ 20 ਰੁਪਏ ਕਿੱਦਾਂ ਬਣਾਉਣੇ ਆ। ਤੁਸੀਂ 10 ਰੁਪਏ ਦੇ ਜੇ 5 ਰੁਪਏ ਵੀ ਰਹਿ ਗਏ ਤਾਂ ਉਸ ਫੇਲਿਅਰ ਚੋਂ ਸਿੱਖਣਾ ਤੁਸੀਂ ਨੈਕਸਟ ਟਾਈਮ ਹੋਰ ਇੰਥੂਜ਼ੀਆਜ਼ਮ ਨਾਲ ਕੰਮ ਕਰਨਾ ਹੈ। ਸੋ ਉਹਨਾਂ ਦੇ ਫੇਲਿਅਰਸ ਨਾਲ ਵੀ ਅਸੀਂ ਸਿਖਾਣਾ ਹੈ, ਉਹਨਾਂ ਦੀਆਂ ਸਕਸੈਸ ਸਟੋਰੀਜ਼ ਉਹਨਾਂ ਦੇ ਪੀਅਰਸ ਦੇ ਵਿੱਚ ਸ਼ੇਅਰ ਕਰਨੀ ਹੈ, ਸੋ ਤਾਂ ਕਿ ਸਾਡੀਆਂ ਇਹ ਸਕਸੈਸ ਸਟੋਰੀਜ਼ ਆਉਣ ਵਾਲੇ ਟਾਈਮ ਦੀਆਂ ਹੋਰ ਸਕਸੈਸ ਸਟੋਰੀਜ਼ ਬਣ ਸਕਣ।
ਸੋ ਇਹ ਥੋੜਾ ਜਿਹਾ ਉਸ ਪੈਟਰਨ ਤੇ ਚੱਲੇਗਾ। ਸੋ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਐਦਾਂ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ ਸਟੂਡੈਂਟਸ ਇੰਡੀਪੈਂਡੈਂਟ ਹੋਣਗੇ ਡਿਸੀਜਨ ਲੈਣ ਲਈ। ਸੋ ਉਹ ਡਿਸੀਜਨ ਕਿੱਦਾਂ ਲੈਣਾ ਹੈ, ਸੋ ਇਟਸ ਅ ਬਿਗ ਚੈਲੰਜ। ਉਹ ਚੈਲੰਜ ਨੂੰ ਪੂਰਾ ਕਰਾਂਗੇ ਅਸੀਂ, ਸਾਡੇ ਪ੍ਰਿੰਸੀਪਲਸ ਔਰ ਸਾਡੇ ਪਿਆਰੇ ਟੀਚਰਸ, ਕਿਉਂਕਿ ਬਿਨਾਂ ਇੱਕ ਚੈਲੰਜ ਲਿੱਤੇ ਅਸੀਂ ਬੱਚਿਆਂ ਨੂੰ ਗਾਈਡ ਨਹੀਂ ਕਰ ਸਕਦੇ। ਸੋ ਇਹ ਸਾਡੇ ਲਈ ਇੱਕ ਚੈਲੰਜ ਹੋਏਗਾ ਕਿ ਉਹਨਾਂ ਨੂੰ ਅਸੀਂ ਟਾਈਮਲੀ ਕਿੱਦਾਂ ਗਾਈਡ ਕਰਕੇ ਉਹਨਾਂ ਦੇ ਇਨਬਿਲਟ ਚੀਜ਼ਾਂ ਜਿਹੜੀਆਂ ਆਲਰੇਡੀ ਇਨਬਿਲਟ ਹੈ ਅਸੀਂ ਉਹੀ ਕਢਵਾਉਣੀਆਂ ਤੇ ਉਹਨਾਂ ਨੂੰ ਹੀ ਕੰਮ ਲਾਣਾ ਹੈ। ਸੋ ਉਹ ਉਹਨਾਂ ਦੀਆਂ ਸਕਸੈਸ ਸਟੋਰੀਜ਼ ਹੀ ਬਣਨਗੀਆਂ ਆਉਣ ਵਾਲੇ ਟਾਈਮ 'ਚ। ਸੋ ਸਰ ਮੈਂ ਇੱਥੇ ਇੱਕ ਹੋਰ ਸਵਾਲ ਵੈਸੇ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਕਿਆ ਮਤਲਬ ਸਾਡੀ ਸਟੇਟ ਜਿਹੜੀ ਹੈਗੀ ਹੈ, ਇੱਥੋਂ ਦੇ ਵਿਦਿਆਰਥੀ ਤੇ ਅਧਿਆਪਕ ਹੀ ਪਹਿਲੇ ਉਹ ਹੋਣਗੇ ਜਿਨ੍ਹਾਂ ਦੇ ਉੱਪਰ ਇਹ ਐਕਸਪੈਰੀਮੈਂਟ ਕੀਤਾ ਜਾਊਗਾ, ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਇਹ ਕਰ ਚੁੱਕੇ ਹੋ ਕਿਸੇ ਹੋਰ ਸਟੇਟ ਵਿੱਚ, ਜਾਂ ऑलरेडी इस चीज़ का एक्सपेरिमेंट हो चुके हैं किधर? तो इस टाइप के प्रोजेक्ट्स और प्रोग्राम्स अपने देश के कई सारे स्टेट्स में हो चुके हैं, और उनमें से कुछ स्टूडेंट्स की स्टोरीज मैं आपको बताना चाहूँगा। एक स्टोरी है हर्ष और उसकी टीम की, जिन्होंने शुरुआत की थी अपने इकोनॉमिक्स प्रोजेक्ट्स के साथ कि उन्होंने हाउस होल्ड घर के वेस्ट कचरे से कंपोस्ट बनाया था, और फिर ऐसा बिजनेस प्रोजेक्ट उनके स्कूल में जब आया तब उन्होंने उनकी टीम के साथ मिलके कंपोस्ट का बिजनेस ही स्टार्ट कर दिया। तो अपने स्कूल के एकेडमिक प्रोजेक्ट को स्टूडेंट्स ने अपॉर्चुनिटी मिलते ही बिजनेस में कन्वर्ट कर दिया, और कोविड के टाइम पे उन्होंने मार्केट सर्वे किया। ये मुश्किल टाइम में उन्होंने ये चैलेंज से पीछे हटने के बदले मार्केट सर्वे किया, रॉ मटेरियल्स ढूंढे, और इवेंचुअली उनको ऑर्डर्स भी मिलने स्टार्ट हुए। तो आज की डेट में उनको उनके स्टेट से और दूसरे स्टेट से कई सारे ऑर्डर्स भी मिलते हैं। फिर एक और स्टोरी है सूफी और उसकी टीम की, जिन्होंने एक मिस्टिक डेट्स नाम की कंपनी ऑलरेडी खोल दी है। अच्छा जी। उन्होंने एक ऐसा ड्रिंक बनाया है जो खजूर के बीज में से बनता है, और ये एक न्यूट्रिशियस बेवरेज है जो टेस्ट में कॉफी के सिमिलर है। और उन्होंने ये ड्रिंक की रेसिपी उनके फैमिली की रेसिपी थी, उसको उन्होंने सक्सेसफुली बिजनेस में कन्वर्ट कर दिया है। तो ये स्टोरीज और उसके अलावा कई सारी सक्सेस स्टोरीज ऑलरेडी हैं हमारे देश में कि स्टूडेंट्स ने इस टाइप के मौके का फायदा उठा के कैसे बहुत सारे सक्सेसफुल आइडियाज और इनोवेशन सोचे हैं। ਸੋ ਫਿਰ ਤਾਂ ਅਸੀਂ ਬਿਲਕੁਲ ਉਮੀਦ ਕਰ ਸਕਦੇ ਹਾਂ ਜੇ ਹੋਰ ਸਟੇਟਾਂ ਵਿੱਚ ਵੀ ਵਿਦਿਆਰਥੀ ਇੰਨੇ ਕਾਮਯਾਬ ਹੋਏ ਨੇ ਤਾਂ ਨੈਚੁਰਲੀ ਪੰਜਾਬੀ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਸਰ। ਇੰਨਾ ਤੁਹਾਨੂੰ ਅਸੀਂ ਵਿਸ਼ਵਾਸ ਦਿਲਾ ਦਿੰਨੇ ਆ। ਬਿਲਕੁਲ। ਸਿਰਫ ਲੋੜ ਹੈਗੀ ਉਹਨਾਂ ਨੂੰ ਇੱਕ ਸਹੀ ਗਾਈਡਲਾਈਨ ਦੇਣ ਦੀ, ਉਹਨਾਂ ਨੂੰ ਇੱਕ ਮੌਕਾ ਦੇਣ ਦੀ। ਔਰ ਮੈਂ ਬਿਲਕੁਲ ਇਸ ਚੀਜ਼ ਤੇ ਵਿਸ਼ਵਾਸ ਹੈ ਮੈਨੂੰ ਕਿ ਜੇ ਸਾਡੇ ਵਿਦਿਆਰਥੀਆਂ ਨੂੰ ਵੀ ਮੌਕਾ ਦਿੱਤਾ ਜਾਊਗਾ, ਹੋ ਸਕਦਾ ਉਹਨਾਂ ਨਾਲੋਂ ਵੀ ਵਧੀਆ ਕਰਕੇ ਦਿਖਾਣ। ਬਿਲਕੁਲ ਬਿਲकुल। ਠੀਕ ਹੈ ਸਰ। सहज एक क्वेश्चन हो रहा है कि टीचर्स और स्टूडेंट्स कोल कोई इदां दा प्रीवियस कोई एक्सपीरियंस नहीं है। देखो ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਇਟਸ ਅ ਵੈਰੀ ਬਿਗ ਥਿੰਗ ਕਿ ਯੂ ਆਰ ਗੋਇੰਗ ਟੂ ਡੂ ਦਾ ਬਿਜ਼ਨਸ, ਠੀਕ ਹੈ। ਉਹਨਾਂ ਤੋਂ ਹੀ ਅਸੀਂ ਬਿਜ਼ਨਸ ਆਈਡੀਆਜ਼ ਲੈਣੇ ਆ, ਐਂਡ ਦੈਟ ਇਜ਼ ਵੰਡਰਫੁਲ ਕਿ ਦੈਟ ਇਜ਼ ਅਗੇਨ ਅ ਚੈਲੰਜ ਕਿ ਅਸੀਂ ਉਹਨਾਂ ਤੋਂ ਹੀ ਬਿਜ਼ਨਸ ਆਈਡੀਆਜ਼ ਲੈ ਰਹੇ ਹਾਂ, ਠੀਕ ਹੈ। ਆਲਦੋ ਅਸੀਂ ਉਹ ਟਾਈਮ ਬਾਈ ਟਾਈਮ ਉਹ ਬਿਜ਼ਨਸ ਆਈਡੀਆਜ਼ ਕਿੱਦਾਂ ਲੈਣੇ ਆ ਅਸੀਂ ਗਾਈਡ ਕਰਦੇ ਰਵਾਂਗੇ, ਐਂਡ ਦੈਟ ਇਜ਼ ਵੈਰੀ ਡਿਫਰੈਂਟ ਥਿੰਗ, ਹੈ ਨਾ। ਤੇ ਉਹਦੇ ਵਿੱਚ ਹੈ ਕਿ ਕੋਈ ਉਹਨਾਂ ਨੂੰ ਪਰ ਫਿਰ ਵੀ ਕੋਈ ਓਰੀਐਂਟੇਸ਼ਨ, ਕੋਈ ਟ੍ਰੇਨਿੰਗ स्टूडेंट्स एज वेल एज टीचर्स ਤਾਂ ਉਹਨਾਂ ਨੂੰ ਆਪਾਂ ਪ੍ਰੋਵਾਈਡ ਕਰਵਾਵਾਂਗੇ। यस मैम, बिल्कुल। ਕਿਉਂਕਿ ਰਿਗਾਰਡਿੰਗ ਇਫ ਐਜ਼ ਫਾਰ ਐਜ਼ ਦਾ ਬਿਜ਼ਨਸ ਆਈਡੀਆ ਇਜ਼ ਕੰਸਰਨਡ ਤਾਂ ਉਹਦੇ ਲਈ ਥੋੜਾ ਦੱਸੋ ਕਿ ਕਿੱਦਾਂ ਸਪੋर्ट ਤੁਸੀਂ ਕਰੋਗੇ। तो सपोर्ट में मैम बिल्कुल टीचर्स और स्टूडेंट्स को ओरिएंटेशन दिया जाएगा। टीचर्स के साथ ऑफलाइन और ऑनलाइन दोनों मोड में ओरिएंटेशन और ट्रेनिंग्स भी कंडक्ट की जाएगी, और स्टूडेंट्स को आइडिया जनरेट करने के लिए या टीम फॉर्म करने के लिए या मार्केट सर्वे करने के लिए कैसे तैयार कर सकते हैं उसके लिए एक्टिविटीज़ भी डिज़ाइन की गई हैं, जो कि टीचर्स और स्टूडेंट्स मिलके अपने क्लास में करेंगे। कुछ एक्टिविटीज़ ऐसी होंगी जो स्टूडेंट्स क्लास के बाहर भी, स्कूल के बाहर भी करेंगे। तो ये सारे इंस्ट्रक्शंस, गाइडेंस और ट्रेनिंग्स, ओरिएंटेशंस जो हैं वो हम डिपार्टमेंट के साथ मिलके इस प्रोग्राम की कोर टीम टीचर्स और स्टूडेंट्स तक पहुंचाएगी। और उसके अलावा जैसे प्रोग्राम चल रहा होगा, प्रोग्राम के ड्यूरेशन में टाइम टू टाइम स्टूडेंट्स और टीचर्स को इनपुट्स भी दिए जाएंगे, उनसे फीडबैक भी लिया जाएगा, और उनकी जो चैलेंजेस हैं वो सुन के उनको रिजॉल्व करने की भी कोशिश की जाएगी। और इसके अलावा जैसे मैम ने पहले कहा था कि एक्सटर्नल जो सक्सेसफुल एंटरप्रेन्योर्स हैं
या मेंटर्स हैं उनसे भी स्टूडेंट्स को कनेक्ट किया जाएगा ताकि उनके आइडिया को वो और इम्प्रूव कर सकें। ਰਾਈਟ ਸਹਿਜ ਵੈਰੀ ਇੰਪੋਰਟੈਂਟ ਕੁਐਸਚਨ ਇਜ਼ ਕਿ ਜੇ ਸਾਡੇ ਬੱਚੇ ਔਰ ਟੀਚਰਸ ਤੁਹਾਡੇ ਨਾਲ ਜੁੜਨਾ ਚਾਹਣ ਡਾਇਰੈਕਟਲੀ, ਉਹਨਾਂ ਨੂੰ ਲੱਗੇ ਕਿ ਅਸੀਂ ਤੁਹਾਡੇ ਨਾਲ ਕਮਿਊਨੀਕੇਸ਼ਨ ਕਰਨੀ ਹੈ, ਕਮਿਊਨੀਕੇਟ ਕਰਨਾ ਹੈ, ਤਾਂ ਕਿਸ ਤਰ੍ਹਾਂ ਕਰ ਪਾਣਗੇ? वो जैसे जो स्कूल्स इसमें पार्टिसिपेट करेंगी उनके साथ हम लोग थ्रू व्हाट्सएप और थ्रू अदर मीन्स ऑफ कम्युनिकेशन हम लोग उनके साथ कॉन्स्टेंटली टच में रहेंगे। ਓਕੇ, ਉਹਨਾਂ ਨੂੰ ਡਾਇਰੈਕਟਲੀ ਤੁਹਾਡਾ ਮਤਲਬ ਐਕਸੈਸ ਮਿਲੇਗਾ। ਮੈਨੂੰ ਲੱਗਦਾ ਕਿ ਆਪਾਂ ਡੈਸ਼ਬੋਰਡ ਵੀ ਇੱਕ ਮਤਲਬ ਕ੍ਰੀਏਟ ਕਰਨ ਜਾ ਰਹੇ ਹਾਂ ਆਪਣੇ ਈ ਪੰਜਾਬ ਪੋਰਟਲ ਤੇ, ਤਾਂ ਜਿਹਦੇ ਉੱਪਰ ਉਹਨਾਂ ਨੂੰ ਸਾਰਾ ਐਕਸੈਸ ਮਿਲ ਜਾਏਗਾ। ਉਹ ਟਾਈਮ ਬਾਈ ਟਾਈਮ ਵਿੰਗ ਤੋਂ ਵੀ ਆਪਾਂ ਹੈਲਪ ਲੈ ਸਕਦੇ ਹਾਂ ਇਸ ਚੀਜ਼ ਦੇ ਲਈ, ਕੋਈ ਡੈਸ਼ਬੋਰਡ ਕ੍ਰੀਏਟ ਕਰਕੇ ਉੱਥੇ ਆਪਾਂ ਮਤਲਬ ਜਿਹੜਾ ਹੈਗਾ ਜੁੜ ਸਕਦੇ ਹਾਂ ਸਾਰੇ। ਹਾਂਜੀ ਬਿਲਕੁਲ, ਤੇ ਉੱਥੇ ਆਪਾਂ ਇਨਫੋਰਮੇਸ਼ਨ ਉਹਨਾਂ ਨੂੰ ਦੇਣ ਦੇ ਵਿੱਚ ਵੀ ਸੌਖਾ ਹੋਏਗਾ ਮੇਰੇ ਹਿਸਾਬ ਨਾਲ ਦੇ ਸਕੂਲਾਂ तो सारी जो इन्फॉर्मेशन है वो टीचर्स को एक्सेसिबल की जाएंगी। ਓਕੇ। यस। ਤੇ ਸਪੋਜ਼ ਸਰ ਜਿਹੜਾ ਹੈਗਾ ਕਿ ਉਹ ਇੱਕ ਬਹੁਤ ਅੱਛਾ ਬਿਜ਼ਨਸ ਕਰਕੇ ਦਿਖਾਉਂਦੇ ਨੇ, ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹਮੇਸ਼ਾ ਨਾਲ ਰਹੋਗੇ, ਤੁਸੀਂ ਪ੍ਰੋਪਰ ਗਾਈਡਲਾਈਨਸ ਵੀ ਪ੍ਰੋਵਾਈਡ ਕਰੋਗੇ, ਉਹਨਾਂ ਨੂੰ ਸੁਪਰਵਾਈਜ਼ ਵੀ ਕਰੋਗੇ, ਠੀਕ ਹੈ। ਔਰ ਅਗਰ ਉਹ ਇੱਕ ਬਹੁਤ ਅੱਛਾ ਸ਼ੋਅ ਕਰਕੇ ਦਿਖਾਉਂਦੇ ਨੇ, ਬਹੁਤ ਅੱਛਾ ਬਿਜ਼ਨਸ ਕਰਕੇ ਦਿਖਾਉਂਦੇ ਨੇ, क्या वो स्टूडेंट्स लिए हेल्पफुल होएगा? तो इसके लिए स्टूडेंट्स के लिए बहुत सारे बेनिफिट्स भी रहेंगे। स्टूडेंट्स को जो स्टूडेंट्स इसमें अच्छे आइडिया लेके आ पाएंगे या अपने बिजनेस आइडिया को सक्सेसफुल बना पाएंगे, उन स्टूडेंट्स को बहुत सारे रिवॉर्ड्स और रिकॉग्निशन भी मिलेगा। तो डिपार्टमेंट की तरफ से ਡੈਫੀਨੇਟਲੀ ਡਿਪਾਰਟਮੈਂਟ ਦੇ ਤਰਫ ਤੋਂ ਬਹੁਤ ਇਨਸੈਂਟਿਵਸ ਦਿੱਤੇ ਜਾਣਗੇ। ਮੈਂ ਇੱਕ ਸਪੈਸ਼ਲ ਤੁਹਾਨੂੰ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਐਸੀ ਗੱਲ ਨਹੀਂ, ਬੱਚੇ ਕੋਈ ਅੱਛੇ ਮਤਲਬ ਜਿਹਨੂੰ ਆਪਾਂ ਕੰਪੀਟੀਸ਼ਨਸ ਵੀ ਕਹਿ ਦਿੰਦੇ ਆ ਹਰ ਲੈਵਲ ਦਾ, ਤਾਂ ਇਹਦੇ ਵਿੱਚ ਵੀ ਇੱਕ ਜਸਟ ਕਲਾਈਕ ਕੰਪੀਟੀਸ਼ਨ ਉਹਨਾਂ ਕਰਵਾ ਕੇ ਜਿਹੜੇ ਬੈਸਟ ਆਈਡੀਆਜ਼ ਹੋਣਗੇ, ਉਹਨਾਂ ਦੀਆਂ ਬੈਸਟ ਆਊਟਕਮਸ ਹੋਣਗੀਆਂ, ਉਹਨਾਂ ਤੋਂ ਕੱਢ ਕੇ ਆਪਾਂ ਉਹਨਾਂ ਚੋਂ ਹੀ ਕੱਢਣੀਆਂ ਆਪਾਂ ਆਊਟਕਮਸ ਵੀ ਬੈਸਟ ਉਹਨਾਂ ਵਿੱਚੋਂ ਹੀ ਕੱਢਣਾ ਹੈ। ਬਟ ਹਾਂ, ਜਿਹੜੇ ਬੈਸਟ ਹੋਣਗੇ ਉਹਨਾਂ ਨੂੰ ਇਨਸੈਂਟਿਵਸ ਦਿੱਤੇ ਜਾਣਗੇ ਐਟ ਐਵਰੀ ਸਟੈਪ, ਚਾਹੇ ਉਹ ਬਲਾਕ ਲੈਵਲ ਹੋਵੇ, ਚਾਹੇ ਡਿਸਟ੍ਰਿਕਟ ਲੈਵਲ ਹੋਵੇ, ਚਾਹੇ ਸਟੇਟ ਲੈਵਲ ਹੋਵੇ। ਐਂਡ ਯੂ ਨੈਵਰ ਨੋ ਕਿ ਆਉਣ ਵਾਲੇ ਟਾਈਮ, ਬਿਕੋਜ਼ ਦਿਸ ਪ੍ਰੋਜੈਕਟ ਇਜ਼ ਇਨ ਇਟਸ ਇਨੀਸ਼ੀਅਲ ਸਟੇਜ, ਸੋ ਵੀ ਆਰ ਵਰਕਿੰਗ ਔਨ ਇਟ। ਤਾਂ ਆਉਣ ਵਾਲੇ ਟਾਈਮ 'ਚ ਸ਼ਾਇਦ ਸਾਡੇ ਕੋਲ ਜਿਹੜੀ ਇੱਕ ਸੁਪਰ ਟੀਮ ਹੋਵੇ ਜਿਹੜੀ ਕਿ ਸਟੇਟ ਦੇ ਵਿੱਚੋਂ ਨਿਕਲ ਕੇ ਆਵੇ, ਤਾਂ ਉਹਨੂੰ ਅਸੀਂ ਬਹੁਤ ਅੱਛਾ ਇਨਸੈਂਟਿਵ ਦਈਏ ਜਾਂ ਉਹਨੂੰ ਕਿਸ ਤਰ੍ਹਾਂ ਗਵਰਨਮੈਂਟ ਸਪੋਰਟ ਕਰਦੀ ਹੈ, ਇਹ ਆਉਣ ਵਾਲਾ ਟਾਈਮ ਦੱਸੂਗਾ। ਬਟ ਯੈਸ, ਦਿਸ ਇਜ਼ ਟਰੂ ਕਿ ਇਨਸੈਂਟਿਵਸ ਉਹਨਾਂ ਨੂੰ ਮਿਲਣਗੇ। ਉਹ ਕਿਸੇ ਵੀ ਫਾਰਮ ਦੇ ਵਿੱਚ ਇਨਸੈਂਟਿਵਸ ਮਿਲ ਸਕਦੇ ਹਨ ਬੱਚਿਆਂ ਨੂੰ, ਕਿਉਂਕਿ ਜਦੋਂ ਅਸੀਂ ਇਸ ਸਟੇਜ ਦੇ ਉੱਪਰ ਬੱਚਿਆਂ ਦੀ ਗੱਲ ਕਰ ਰਹੇ ਹਾਂ ਕਿ ਬੱਚਿਆਂ ਨੂੰ ਬੱਚਿਆਂ ਦਾ ਬੈਸਟ ਅਸੀਂ ਬੱਚਿਆਂ ਚੋਂ ਕੱਢਣਾ, ਤਾਂ ਨੈਚੁਰਲੀ ਹੈ ਕਿ ਜਿਹੜੀ ਬੈਸਟ ਪਾਰਟ ਜਦੋਂ ਸਾਡੇ ਸਾਹਮਣੇ ਨਿਕਲ ਕੇ ਆਏਗਾ, ਤਾਂ ਉਹਨਾਂ ਨੂੰ ਇਨਸੈਂਟਿਵਸ ਦੇਣ ਲਈ, ਉਹਨਾਂ ਨੂੰ ਗਾਈਡ ਕਰਨ ਲਈ, ਉਹਨਾਂ ਨੂੰ ਸਪੋਰਟ ਦੇਣ ਲਈ ਗਵਰਨਮੈਂਟ ਕਦੀ ਵੀ ਪਿੱਛੇ ਨਹੀਂ ਰਹੂਗੀ। ਸੋ ਹੁਣ ਮੈਂ ਇੱਥੇ ਇਹ ਪੁੱਛਣਾ ਚਾਹੁੰਦੀ ਹਾਂ ਵੀ ਸਪੋਜ਼ ਜਿਹੜੇ ਸਕੂਲ ਵੋਲੰਟਰੀਲੀ ਅੱਗੇ ਆ ਕੇ ਇਸ ਪ੍ਰੋਗਰਾਮ ਵਿੱਚ ਪਹਿਲ ਕਰਨਾ ਚਾਹੁੰਦੇ ਨੇ, ਕਿਉਂਕਿ ਬਿਲਕੁਲ ਇੰਨਾ ਕੁਝ ਸੁਣ ਕੇ ਕਈਆਂ ਦੇ ਮਨ ਵਿੱਚ ਆਉਂਦੀ ਹੈ ਕਿ ਅਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣੀਏ, ਸਭ ਤੋਂ ਪਹਿਲਾਂ ਅਸੀਂ ਅੱਗੇ ਲੱਗ ਕੇ ਲੀਡ ਕਰਕੇ ਦਿਖਾਈਏ, ਤਾਂ ਉਹਨਾਂ ਨੂੰ ਕੀ ਕਰਨਾ ਪਏਗਾ? ਕਿਵੇਂ ਸਾਡੇ ਤੱਕ ਤੁਹਾਡੇ ਤੱਕ? ਹਾਂਜੀ, ਇਹ ਬਹੁਤ ਅੱਛਾ ਮੈਮ ਕੁਐਸਚਨ ਹੈ ਕਿ ਅਸੀਂ ਕਿਉਂਕਿ ਅਸੀਂ ਆਪਣੀ ਬੈਸਟ ਲੋਕਾਂ ਕੋਲੋਂ ਬੈਸਟ ਚੀਜ਼ਾਂ ਚਾਹੁੰਦੇ ਹਾਂ, ਤਾਂ ਨੈਚੁਰਲੀ ਹੈ ਕਿ ਅਸੀਂ ਇਨੀਸ਼ੀਅਲ ਸਟੇਜ ਦੇ ਉੱਪਰ ਇੱਕ ਕਹਿੰਦੇ ਨਾ, ਜਦੋਂ ਇੱਕ ਦੌੜਦੇ ਆ ਤਾਂ ਸਭ ਤੋਂ ਫਰਸਟ ਵੀ ਆਉਂਦੇ ਆ, ਕੁਝ ਕੁ ਸੈਂਟਰ 'ਚ ਰਹਿ ਜਾਂਦੇ ਆ, ਕੁਝ ਕੁ ਪਿੱਛੇ ਰਹਿ ਜਾਂਦੇ ਆ। ਸੋ ਜਿਹੜੇ ਫਰਸਟ ਆਉਣ ਵਾਲੇ ਆ, ਜਿਹੜੇ ਇਸ ਟਾਈਮ ਸਾਰੇ ਪ੍ਰਿੰਸੀਪਲ ਜਿੰਨੇ ਵੀ ਲੀਡਰਸ ਬੈਠੇ ਆ, ਜਿਨ੍ਹਾਂ ਨੇ ਇੱਕ ਪਿਕਚਰ ਡਿਵੈਲਪ ਕਰ ਲਈ ਕਿ ਸਾਡੇ ਸਕੂਲ ਦੇ ਵਿੱਚ ਇਹ ਹੋ ਸਕਦਾ ਹੈ, ਸਾਡਾ ਕੈਲੀਬਰ ਹੈ ਕਿ ਅਸੀਂ ਆਪਣੀਆਂ ਸਰਵਿਸਿਜ਼ ਸਭ ਤੋਂ ਪਹਿਲਾਂ ਡਿਪਾਰਟਮੈਂਟ ਲਈ ਆਫਰ ਕਰ ਸਕਦੇ ਹਾਂ, ਤਾਂ ਉਹਨਾਂ ਲਈ ਇੱਕ ਗੂਗਲ ਫਾਰਮ ਅਸੀਂ ਭੇਜਣਾ, ਤੁਹਾਨੂੰ ਇਮੀਡੀਏਟਲੀ ਅੱਜ ਵੀ ਮਿਲ ਜਾਏਗਾ ਗਰੁੱਪਸ ਦੇ ਵਿੱਚ। ਆਪਣੇ 22 ਗਰੁੱਪਸ ਬਣੇ ਹੋਏ ਆ, WhatsApp ਤੇ ਭੇਜ ਦਾਂਗੇ, DO ਸਾਹਿਬਾਨ ਦੇ ਥਰੂ ਭੇਜ ਦਾਂਗੇ, ਤਾਂ ਉਹ ਸਾਰੇ ਸਕੂਲਸ ਦੇ ਕਾਉਂਸਲਰਸ ਵੀ ਜੁੜੇ ਹੋਏ ਆ ਸਾਡੇ ਨਾਲ, ਤਾਂ ਤੁਸੀਂ ਆਪਣੇ ਕਾਉਂਸਲਰਸ ਦੇ ਥਰੂ ਵੀ ਉਹ ਗੂਗਲ ਫਾਰਮ ਲੈ ਸਕਦੇ ਹੋ। ਪ੍ਰਿੰਸੀਪਲਸ ਦੇ ਗਰੁੱਪਸ ਹੈ, BNOs ਦੇ ਗਰੁੱਪਸ ਬਣੇ ਹੋਏ ਹੈ, ਸਾਰੇ ਗਰੁੱਪਸ 'ਚੋਂ ਗੂਗਲ ਫਾਰਮ ਭੇਜਿਆ ਜਾਊਗਾ। ਬਟ ਵੀ ਐਕਸਪੈਕਟ ਕਿ ਉਹ ਗੂਗਲ ਫਾਰਮ ਵੋਲੰਟਰੀਲੀ ਜਿਹੜਾ ਪ੍ਰਿੰਸੀਪਲ ਅੱਜ ਜਿਹਨਾਂ ਨੂੰ ਲੱਗਦਾ ਹੈ ਕਿ ਹਾਂ ਇਹ ਇੱਕ ਚੈਲੰਜ ਹੈ ਸਾਡੇ ਲਈ, ਇਹ ਇੱਕ ਚੈਲੰਜਿੰਗ ਪਾਰਟ ਰਹੂਗਾ, ਅਸੀਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ ਨਾਲ ਜੁੜਨਾ ਚਾਹੁੰਦੇ ਹਾਂ, ਔਰ ਜੁੜਨ ਦੇ ਨਾਲ ਨਾਲ ਅਸੀਂ ਆਪਣੇ ਡਿਪਾਰਟਮੈਂਟ ਨੂੰ ਆਪਣੀਆਂ ਵਧੀਆ ਸੁਜੈਸ਼ਨਸ ਵੀ ਦੇਣਾ ਚਾਹੁੰਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਇਸ ਸੈਸ਼ਨ ਤੋਂ ਬਾਅਦ
ਕਈਆਂ ਨੇ ਸੋਚਣਾ ਸ਼ੁਰੂ ਕਰ ਦੇਣਾ, ਕਿਉਂਕਿ ਕਈਆਂ ਨੂੰ ਬਹੁਤ ਕਾਲ ਹੁੰਦੀ ਹੈ ਵੀ ਨਹੀਂ ਮੈਂ ਹੁਣੇ ਕੁਝ ਕਰਕੇ ਦਿਖਾਣਾ ਹੈ। ਮੈਂ ਸਿਰਫ ਉਹ ਪ੍ਰਿੰਸੀਪਲਸ ਨਾਲ, ਉਹ ਟੀਚਰਸ ਨਾਲ ਮੁਖਾਤਿਬ ਹੋ ਰਹੀ ਹਾਂ ਕਿ ਉਹਨਾਂ ਨੂੰ ਪਲੀਜ਼ ਇੱਕ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਜ਼ਰੂਰ ਸਾਡੇ ਨਾਲ ਵੋਲੰਟਰੀਲੀ ਜੁੜੋ। ਨਹੀਂ ਤੇ ਜਦੋਂ ਵੀ ਕੋਈ ਇਨਸਟਰਕਸ਼ਨ ਆਉਂਦੀ ਹੈ ਉਹਦੇ ਨਾਲ ਆਪਾਂ ਜੁੜ ਤਾਂ ਜਾਣਾ ਹੀ ਹੁੰਦਾ ਹੈ। ਉਹ ਤਾਂ ਆਪਾਂ ਨੂੰ ਕੰਮ ਕਰਨਾ ਆਉਂਦਾ ਹੀ ਹੈ ਹਮੇਸ਼ਾ, ਆਪਾਂ ਹਮੇਸ਼ਾ ਸਾਰੇ ਅੱਗੇ ਰਹਿੰਦੇ ਆ, ਬਟ ਵੋਲੰਟਰੀਲੀ ਜੁੜੋ, ਉਹਦੇ ਵਿੱਚ ਆਪਣੀਆਂ ਸੁਜੈਸ਼ਨਸ ਜ਼ਰੂਰ ਦਿਓ। ਸੋ ਗੂਗਲ ਫਾਰਮ ਉਹਨਾਂ ਪ੍ਰਿੰਸੀਪਲਸ ਲਈ ਹੋਊਗਾ ਜਿਹੜੇ ਸਭ ਤੋਂ ਪਹਿਲਾਂ ਵੋਲੰਟਰੀਲੀ ਇਸ ਪ੍ਰੋਜੈਕਟ ਨਾਲ ਜੁੜਨਾ ਚਾਹੁੰਦੇ ਆ। ਸੋ ਮੈਂ ਇਸੇ ਕਰਕੇ ਰਿਪੀਟ ਕੀਤਾ ਹੈ ਕਿ ਇਮੀਡੀਏਟਲੀ ਸਾਨੂੰ ਰਿਸਪੌਂਸ ਮਿਲਣੀ ਚਾਹੀਦੀ ਹੈ ਉਹਨਾਂ ਪ੍ਰਿੰਸੀਪਲਸ ਤੋਂ, ਕਿਉਂਕਿ ਜਦੋਂ ਤੁਸੀਂ ਵੋਲੰਟਰੀਲੀ ਆਪਣੀ ਮਰਜ਼ੀ ਨਾਲ ਜੁੜੋਗੇ ਤਾਂ ਉਸ ਚੀਜ਼ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ। ਤਾਂ ਉਹਦੀਆਂ ਜਿਹੜੀਆਂ ਆਊਟਕਮਸ ਆਉਂਦੀਆਂ ਉਹ ਵੰਡਰਫੁਲ ਆਉਂਦੀਆਂ। ਉਹਦੇ ਲਈ ਸਾਨੂੰ ਕੋਈ ਬਾਰ-ਬਾਰ ਉਹਨਾਂ ਨੂੰ ਫੋਨ ਤੇ ਉਹਨਾਂ ਨੂੰ ਅਪਰੋਚ ਕਰਨ ਦੀ ਲੋੜ ਨਹੀਂ ਪੈਂਦੀ, ਜਾਂ ਸਾਨੂੰ ਬਾਰ-ਬਾਰ 10 ਵਾਰ ਕਹਿ ਕੇ ਇੱਕ ਵਾਰ ਨਹੀਂ ਚੀਜ਼ ਮਿਲਦੀ, ਉਹ ਸਾਨੂੰ ਪਹਿਲੀ ਵਾਰ 'ਚ ਹੀ ਮਿਲ ਜਾਂਦੀ ਹੈ। ਕਿਉਂਕਿ ਸਾਨੂੰ ਪਤਾ ਹੈ ਤੁਸੀਂ ਸਾਰੇ ਬਿਜ਼ੀ ਹੋ ਹੋਰ ਅਲੱਗ-ਅਲੱਗ ਪ੍ਰੋਜੈਕਟਸ ਦੇ ਵਿੱਚ, ਅਲੱਗ-ਅਲੱਗ ਚੀਜ਼ਾਂ ਦੇ ਵਿੱਚ, ਬਟ ਵੋਲੰਟਰੀਲੀ ਜਦੋਂ ਕੋਈ ਜੁੜਦਾ ਹੈ ਨਾਲ ਤਾਂ ਉਹਦੇ ਵਿੱਚ ਫਿਰ ਉਹ ਦਿਨ ਰਾਤ ਇੱਕ ਕਰ ਦਿੰਦਾ ਹੁੰਦਾ ਹੈ ਉਸ ਪ੍ਰੋਜੈਕਟ ਦੇ ਸਕਸੈਸ ਲਈ। ਸੋ ਉਹਦੇ ਲਈ ਮੈਂ ਥੋੜਾ ਜਿਹਾ ਸੋ ਇੱਕ ਟਾਈਮ ਬਾਈ ਟਾਈਮ ਤੁਹਾਨੂੰ ਇਨਸਟਰਕਸ਼ਨਸ ਦਿੱਤੀਆਂ ਜਾਣਗੀਆਂ ਡਿਪਾਰਟਮੈਂਟ ਤੋਂ, ਹਮੇਸ਼ਾ ਮਿਲਣਗੀਆਂ। ਸੋ ਡੈਸ਼ਬੋਰਡ ਤੁਹਾਨੂੰ ਮਿਲ ਜਾਏਗਾ, ਡੈਸ਼ਬੋਰਡ ਤੇ ਜੋ ਵੀ ਤੁਸੀਂ ਜਿੱਦਾਂ ਵੀ ਹਰ ਚੀਜ਼ ਦੀ ਤੁਹਾਨੂੰ ਗਾਈਡੈਂਸ ਮਿਲੇਗੀ। ਸੋ ਮੈਂ ਥੋੜਾ ਜਿਹਾ ਇਹਨੂੰ ਥੋੜਾ ਹੋਰ ਕ੍ਰਿਸਪ ਕਰਦੇ ਹੋਏ ਇੱਕ ਬਰੀਫ, सहज तुसी कुछ कहना चाहते हो और? तो ये जो फॉर्म आपके साथ शेयर किया जाएगा उसमें सभी प्रिंसिपल से रिक्वेस्ट है कि एक बार अपने स्टाफ के साथ भी आप मीटिंग करें और आप ये डिसाइड करें कि इस प्रोग्राम में अगर आपकी स्कूल एंटर कर रही है तो आपकी स्कूल के टीचर्स का जो टीम है उनमें से कौन से टीचर्स इसको लीड करेंगे। तो एक नोडल ऑफिसर और एक असिस्टेंट नोडल ऑफिसर, आपके 2 टीचर्स भी आप नॉमिनेट करेंगे और उसके साथ अपने सारे जो क्वेश्चंस या सजेशंस अगर हैं वो भी आप हमारे साथ शेयर कर सकते हैं। ठीक है सर। सो +1 ਦੇ ਬੱਚਿਆਂ ਲਈ ਹੈ, ਬੱਚਿਆਂ ਦੇ ਆਪਾਂ ਗਰੁੱਪਸ ਬਣਾ ਦੇਣੇ ਹੈ, ਟੀਮਸ ਬਣਾ ਦੇਣੀ ਹੈ। ਬੱਚਿਆਂ ਨੂੰ ਸੀਡ ਮਨੀ ਇੰਡੀਵਿਜੂਅਲੀ ਮਿਲੂਗੀ, ਬਟ ਉਹ ਸੀਡ ਮਨੀ ਇੱਕ ਟੀਮ ਚ ਕਲੈਕਟ ਹੋ ਕੇ ਇਕੱਠੀ ਸੀਡ ਮਨੀ ਬੱਚੇ ਖਰਚਣਗੇ। ਆਪਣਾ ਇੱਕ ਬਿਜ਼ਨਸ ਆਈਡੀਆ ਇੱਕ ਬੱਚੇ ਲਈ ਵਰਕ ਨਹੀਂ ਕਰੂਗਾ, ਉਹ ਬਿਜ਼ਨਸ ਆਈਡੀਆ ਪੂਰੀ ਟੀਮ ਲਈ ਵਰਕ ਕਰੂ। ਹੁਣ ਤੁਹਾਡੇ ਸਕੂਲ ਚ 4 ਟੀਮਸ ਹੋ ਸਕਦੀਆਂ, 5 ਹੋ ਸਕਦੀਆਂ, 7 ਹੋ ਸਕਦੀਆਂ। ਸੋ ਉਹਦੇ ਲਈ ਗਾਈਡੈਂਸ ਟਾਈਮ ਬਾਈ ਟਾਈਮ ਦਿੱਤੀ ਜਾਊਗੀ, ਇਨਸੈਂਟਿਵਸ ਦਿੱਤੇ ਜਾਣਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਲੱਗ-ਅਲੱਗ ਪੜਾਵਾਂ ਤੋਂ ਹੁੰਦਾ ਹੋਇਆ ਇਹ ਜਿਹੜਾ ਪ੍ਰੋਜੈਕਟ ਹੈ ਇਹ ਸਟੇਟ ਲੈਵਲ ਤੇ ਪਹੁੰਚ ਕੇ ਜਿਹੜੀ ਬੈਸਟ ਟੀਮ ਹੈ ਉਹਨਾਂ ਨੂੰ ਵੀ ਇਨਸੈਂਟਿਵ ਮਿਲੂਗਾ। ਸੋ ਆਓ ਆਪਾਂ ਸਾਰੇ ਇਕੱਠੇ ਹੋਈਏ, ਤਿਆਰ ਹੋਈਏ ਔਰ ਇਕੱਠੇ ਹੋ ਕੇ ਕਾਮਯਾਬੀ ਤੱਕ ਪਹੁੰਚੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸੁਣਨ ਵਾਸਤੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ ਸਹਿਜ।